ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। सत श्री अकाल, तुसीं देख रहे हो पंजाब मेल यूएसए टीवी। मैं वरुण कौर मान। खबरां दे बुलेटिन 'ਚ ਤੁਹਾਡਾ ਸਵਾਗਤ। ਪਹਿਲਾ ਨਜ਼ਰ ਪਾਉਂਦੇ ਹਾਂ ਖਾਸ ਖਬਰਾਂ ਤੇ। ਬਾਈਡਨ ਨੇ ਵਾਈਟ ਹਾਊਸ ਵਿੱਚ ਜ਼ੈਲੈਂਸਕੀ ਨਾਲ ਕੀਤੀ ਮੁਲਾਕਾਤ। ਯੂਕਰੇਨ ਦੇ ਲਈ ਨਵੀਂ ਫੌਜੀ ਸਹਾਇਤਾ ਦਾ ਕੀਤਾ ਐਲਾਨ। ਭਾਰਤ ਵੱਲੋਂ ਅਮਰੀਕਾ ਸਣੇ ਹੋਰ ਮੁਲਕਾਂ ਤੱਕ ਪਹੁੰਚ। ਕੈਨੇਡਾ ਭਾਰਤ ਵਿਵਾਦ ਵਿਚਾਲੇ ਹਵਾਈ ਕਿਰਾਇਆ ਚੜਿਆ ਅਸਮਾਨੀ, 25% ਤੱਕ ਹੋ ਸਕਦਾ ਹੈ ਵਾਧਾ। ਜਸਟਿਨ ਟਰੂਡੋ ਦਾ ਵੱਡਾ ਦਾਅਵਾ, ਭਾਰਤ ਨੂੰ ਕਈ ਹਫ਼ਤੇ ਪਹਿਲਾਂ ਦੇ ਦਿੱਤੇ ਸੀ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਸਬੂਤ। ਅਮਰੀਕੀ ਵਿਦੇਸ਼ ਮੰਤਰੀ ਟਰੂਡੋ ਦੇ ਦੋਸ਼ਾਂ ਤੋਂ ਚਿੰਤਿਤ, ਪ੍ਰੈਸ ਕਾਨਫਰੰਸ ਦਰਮਿਆਨ ਆਖੀ ਗੱਲ। ਜਾਂਚ ਦੇ ਲਈ ਕੈਨੇਡਾ ਨੇ ਸਰਵੀਲਾਂਸ ਤੇ ਰੱਖੇ ਸਨ ਭਾਰਤੀ ਅਧਿਕਾਰੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਅਮਰੀਕਾ ਕੈਨੇਡਾ ਸਣੇ ਹੋਰ ਵੀ ਕਈ ਸਾਰੀਆਂ ਖਬਰਾਂ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵਾਈਟ ਹਾਊਸ ਵਿੱਚ ਯੂਕਰੇਨ ਦੇ ਆਪਣੇ ਹਮਰੁਤਬਾ ਵਲਾਦੀਮੀਰ ਜ਼ੈਲੈਂਸਕੀ ਦੀ ਮੇਜ਼ਬਾਨੀ ਕਰਦੇ ਹੋਏ ਯੁੱਧਗ੍ਰਸਤ ਦੇਸ਼ ਨੂੰ 32.5 ਕਰੋੜ ਡਾਲਰ ਦੀ ਨਵੀਂ ਫੌਜੀ ਸਹਾਇਤਾ ਦੇਣ ਦਾ ਐਲਾਨ ਕੀਤਾ ਅਤੇ ਰੂਸੀ ਹਮਲੇ ਤੋਂ ਉਸਦੀ ਰੱਖਿਆ ਕਰਨ ਦਾ ਸੰਕਲਪ ਜਤਾਇਆ। ਵਾਈਟ ਹਾਊਸ ਵਿੱਚ ਵੀਰਵਾਰ ਨੂੰ ਹੋਈ ਮੁਲਾਕਾਤ ਦੋਹਾਂ ਨੇਤਾਵਾਂ ਵਿਚਾਲੇ 6ਵੀਂ ਨਿੱਜੀ ਮੁਲਾਕਾਤ ਹੈ। ਬਾਈਡਨ ਨੇ ਵਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਜ਼ੈਲੈਂਸਕੀ ਨੂੰ ਕਿਹਾ, ਸ਼੍ਰੀਮਾਨ ਰਾਸ਼ਟਰਪਤੀ, ਯੂਕਰੇਨ ਦੇ ਬਹਾਦਰ ਲੋਕਾਂ ਅਤੇ ਇਹ ਕੋਈ ਅਤਕਥਨੀ ਨਹੀਂ ਹੈ। ਯੂਕਰੇਨ ਦੇ ਲੋਕਾਂ ਨੇ ਬਹੁਤ ਬਹਾਦਰੀ ਦਿਖਾਈ ਹੈ ਅਤੇ ਇਹਨਾਂ ਸਿਧਾਂਤਾਂ ਦੀ ਰੱਖਿਆ ਕਰਨ ਦੇ ਆਪਣੇ ਦ੍ਰਿੜ ਇਰਾਦੇ ਨਾਲ ਦੁਨੀਆ ਨੂੰ ਪ੍ਰੇਰਿਤ ਕੀਤਾ ਹੈ। ਸਾਡੇ ਭਾਈਵਾਲਾਂ ਅਤੇ ਸਹਿਯੋਗੀਆਂ ਦੇ ਨਾਲ ਮਿਲ ਕੇ ਅਮਰੀਕੀ ਲੋਕ ਇਹ ਦੇਖਣ ਦੇ ਲਈ ਦ੍ਰਿੜ ਨੇ ਕਿ ਅਸੀਂ ਇਹ ਯਕੀਨੀ ਬਣਾਉਣ ਦੇ ਲਈ ਹਰ ਕੋਸ਼ਿਸ਼ ਕਰੀਏ ਕਿ ਦੁਨੀਆ ਤੁਹਾਡੇ ਨਾਲ ਖੜੀ ਹੋਏ ਅਤੇ ਇਹ ਇਸ ਸਮੇਂ ਸਾਡਾ ਮੁੱਖ ਉਦੇਸ਼ ਹੈ। ਜ਼ੈਲੈਂਸਕੀ ਨੇ ਕਿਹਾ, ਸਾਡੀ ਨਿਯਮਿਤ ਗੱਲਬਾਤ ਇਹ ਸਾਬਿਤ ਕਰਦੀ ਹੈ ਕਿ ਸਾਡੇ ਦੇਸ਼ ਸੱਚਮੁੱਚ ਸਹਿਯੋਗੀ ਅਤੇ ਰਣਨੀਤਿਕ ਦੋਸਤ ਨੇ। ਅਸੀਂ ਰੂਸੀ ਅੱਤਵਾਦ ਦਾ ਮੁਕਾਬਲਾ ਕਰਨ ਦੇ ਲਈ ਯੂਕਰੇਨ ਨੂੰ ਦਿੱਤੀ ਗਈ ਮਹੱਤਵਪੂਰਨ ਸਹਾਇਤਾ ਦੀ ਸ਼ਲਾਘਾ ਕਰਦੇ ਹਾਂ। ਯੂਕਰੇਨ ਦੀ ਪ੍ਰਭੂਸੱਤਾ ਦੀ ਰੱਖਿਆ ਕਰਨ ਦਾ ਆਪਣਾ ਸੰਕਲਪ ਦੁਹਰਾਉਂਦੇ ਹੋਏ ਬਾਈਡਨ ਨੇ ਕਿਹਾ ਕਿ ਅਮਰੀਕਾ ਇੱਕ ਨਿਆਂਪੂਰਨ ਅਤੇ ਲੰਬੇ ਸਮੇਂ ਦੀ ਸ਼ਾਂਤੀ ਸਥਾਪਿਤ ਕਰਨ ਦੇ ਲਈ ਯੂਕਰੇਨ ਦੇ ਕੂਟਨੀਤਿਕ ਯਤਨਾਂ ਦਾ ਸਮਰਥਨ ਕਰਦਾ ਰਹੇਗਾ ਜੋ ਉਸਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਰੱਖਿਆ ਕਰਦੇ ਨੇ। ਉਹਨਾਂ ਨੇ ਕਿਹਾ, ਸ਼ਾਂਤੀ ਦੇ ਰਾਹ ਤੇ ਰੂਸ ਇਕੱਲਾ ਖੜਾ ਹੈ। ਇਹ ਅੱਜ ਖਤਮ ਹੋ ਸਕਦਾ ਹੈ। ਇਸ ਦੀ ਬਜਾਏ ਉਹ ਈਰਾਨ ਅਤੇ ਉੱਤਰੀ ਕੋਰੀਆ ਦੇ ਹੋਰ ਹਥਿਆਰਾਂ ਦੀ ਮੰਗ ਕਰ ਰਿਹਾ ਹੈ। ਇਹ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਉਹਨਾਂ ਕਈ ਪ੍ਰਸਤਾਵਾਂ ਦੀ ਉਲੰਘਣਾ ਕਰੇਗਾ ਜਿਸ ਦੇ ਪੱਖ ਵਿੱਚ ਖੁਦ ਮਾਸਕੋ ਨੇ ਵੋਟ ਕੀਤੀ ਸੀ। ਬਾਈਡਨ ਨੇ ਯੂਕਰੇਨ ਨੂੰ 32 ਕਰੋੜ 5 ਲੱਖ ਡਾਲਰ ਦੇ ਹੋਰ ਅਮਰੀਕੀ ਸੁਰੱਖਿਆ ਸਹਾਇਤਾ ਦੇਣ ਦੇ ਐਲਾਨ ਕੀਤੇ ਨੇ, ਜਿਸ ਵਿੱਚ ਹੋਰ ਤੋਪਖਾਨਾ, ਗੋਲਾ ਬਰੂਦ, ਐਂਟੀ ਟੈਂਕ ਹਥਿਆਰ ਸ਼ਾਮਲ ਨੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਪਿੱਛੇ ਕਥਿਤ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਦੋਸ਼ਾਂ ਮਗਰੋਂ ਭਾਰਤ ਨੇ ਅਮਰੀਕਾ ਸਣੇ ਹੋਰਨਾਂ ਮੁਲਕਾਂ ਤੱਕ ਪਹੁੰਚ ਕੀਤੀ ਹੈ। ਭਾਰਤ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਟਰੂਡੋ ਸਰਕਾਰ ਨੂੰ ਕੈਨੇਡਾ ਵਿੱਚ ਗੈਂਗਸਟਰਾਂ ਨੂੰ ਸੁਰੱਖਿਅਤ ਲੁਕਣਗਾਹਾਂ ਮੁਹੱਈਆ ਕੀਤੇ ਜਾਣ ਬਾਰੇ ਪੁਖਤਾ ਜਾਣਕਾਰੀ ਦਿੱਤੀ ਹੈ। ਭਾਰਤ ਨੇ ਕਿਹਾ ਕਿ ਫਰਜ਼ੀ ਪਾਸਪੋਰਟ ਤੇ ਭਾਰਤ ਤੋਂ ਫਰਾਰ ਹੋਏ ਗੈਂਗਸਟਰਾਂ ਨੂੰ ਉੱਥੇ ਪਨਾਹ ਦਿੱਤੀ ਜਾਂਦੀ ਹੈ। ਭਾਰਤੀ ਕੂਟਨੀਤਿਕਾਂ ਨੇ ਅਮਰੀਕਾ ਸਣੇ ਹੋਰ ਮੁਲਕਾਂ ਨੂੰ ਇਹ ਗੱਲ ਵੀ ਦੱਸੀ ਕਿ ਕਿਵੇਂ ਕੈਨੇਡਾ ਨੇ ਪਿਛਲੇ 3 ਦਹਾਕਿਆਂ ਤੋਂ ਦਹਿਸ਼ਤਗਰਦਾਂ, ਗੈਂਗਸਟਰਾਂ ਦੀ ਹਵਾਲਗੀ ਸੰਬੰਧੀ ਉਸ ਦੀਆਂ ਅਪੀਲਾਂ ਤੋਂ ਕੋਈ ਗੌਰ ਨਹੀਂ ਕੀਤਾ। ਜਾਣਕਾਰੀ ਦੇ ਮੁਤਾਬਕ ਉਹ ਅਮਰੀਕਾ ਦੀ ਆਪਣੀ 9 ਦਿਨਾਂ ਫੇਰੀ ਦੌਰਾਨ ਅਮਰੀਕੀ ਹਮਰੁਤਬਾ ਐਂਥਨੀ ਬਲਿੰਕਨ ਸਣੇ ਹੋਰਨਾਂ ਆਗੂਆਂ ਨਾਲ ਵੀ ਇਸ ਮੁੱਦੇ ਤੇ ਗੱਲ ਕਰਨਗੇ। ਅਮਰੀਕਾ ਨੇ ਹਾਲਾਂਕਿ ਲੰਘੇ ਦਿਨ ਕਿਹਾ ਕਿ ਉਹ ਨਿੱਜਰ ਦੀ ਹੱਤਿਆ ਵਿੱਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ਾਂ ਦੀ ਜਾਂਚ ਨੂੰ ਲੈ ਕੇ ਕੈਨੇਡਾ ਵੱਲੋਂ ਕੀਤੇ ਯਤਨਾਂ ਦੀ ਹਮਾਇਤ ਕਰਦਾ ਹੈ। ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜ਼ੈਕ ਨੇ ਕਿਹਾ ਕਿ ਕਿਸੇ ਵੀ ਮੁਲਕ ਨੂੰ ਅਜਿਹੀਆਂ ਸਰਗਰਮੀਆਂ ਲਈ ਵਿਸ਼ੇਸ਼ ਛੋਟ ਨਹੀਂ ਦਿੱਤੀ ਜਾ ਸਕਦੀ। ਬਾਈਡਨ ਸਰਕਾਰ ਨੇ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਜਾਂ ਇਨਕਾਰ ਨਹੀਂ ਕੀਤਾ ਕਿ ਫਾਈਵ ਆਈਜ਼ ਵੱਲੋਂ ਸਿਗਨਲਸ ਇੰਟੈਲੀਜੈਂਸ ਮੁਹੱਈਆ ਕੀਤੀ ਗਈ ਹੈ। ਉਧਰ
ਕੈਨੇਡੀਅਨ ਸਰਕਾਰ ਵਿਚਲੇ ਸੂਤਰਾਂ ਦੇ ਹਵਾਲੇ ਨਾਲ ਇੱਕ ਮੀਡੀਆ ਰਿਪੋਰਟ ਵਿੱਚ ਦਾਅਵਾ ਕਰ ਦਿੱਤਾ ਗਿਆ ਸੀਗਾ ਕਿ ਕੈਨੇਡਾ ਵੱਲੋਂ ਹਰਦੀਪ ਸਿੰਘ ਨਿੱਜਰ ਦੀ ਸਰੀ ਵਿੱਚ ਹੱਤਿਆ 'ਚ ਭਾਰਤ ਦੀ ਕਥਿਤ ਸ਼ਮੂਲੀਅਤ ਦੇ ਦੋਸ਼ਾਂ ਦਾ ਆਧਾਰ ਮਨੁੱਖੀ ਤੇ ਸਿਗਨਲ ਇੰਟੈਲੀਜੈਂਸ ਅਤੇ ਓਟਾਵਾ ਦੇ 5i ਇੰਟੈਲੀਜੈਂਸ ਨੈਟਵਰਕ ਤੋਂ ਮਿਲੀ ਜਾਣਕਾਰੀ ਵੀ ਹੈ। ਭਾਰਤ ਅਤੇ ਕੈਨੇਡਾ ਵਿਚਲੇ ਵੱਧਦੇ ਤਣਾਅ ਦਰਮਿਆਨ ਦੋਵਾਂ ਦੇਸ਼ਾਂ ਵਿਚਾਲੇ ਹਵਾਈ ਸਫ਼ਰ ਦੇ ਕਿਰਾਏ ਵੀ ਪ੍ਰਭਾਵਿਤ ਹੋ ਰਹੇ ਨੇ। ਭਾਰਤ ਅਤੇ ਕੈਨੇਡਾ ਲਈ ਚੱਲਣ ਵਾਲੀਆਂ ਫਲਾਈਟਾਂ ਦੇ ਕਿਰਾਏ ਲਗਾਤਾਰ ਵੱਧ ਰਹੇ ਨੇ। ਇਸ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਵੱਧਦੇ ਕੂਟਨੀਤਿਕ ਵਿਵਾਦ ਤੋਂ ਬਾਅਦ ਹਵਾਈ ਮੰਗ ਵਿੱਚ ਅਚਾਨਕ ਵਾਧਾ ਹੋ ਗਿਆ, ਜਿਸ ਕਾਰਨ ਹਵਾਈ ਕਿਰਾਏ ਆਸਮਾਨ ਨੂੰ ਛੂਹਣ ਲੱਗੇ। ਭਾਰਤ ਅਤੇ ਕੈਨੇਡਾ ਵਿਚਾਲੇ ਸਿੱਧੀਆਂ ਉਡਾਣਾਂ ਦਾ ਕਿਰਾਇਆ ਕਰੀਬ 1,05,000 ਦੇ ਕਰੀਬ ਪਹੁੰਚ ਗਿਆ ਹੈ। ਕੁਝ ਲੋਕਾਂ ਨੇ ਦੱਸਿਆ ਹੈ ਕਿ ਟੋਰਾਂਟੋ ਤੋਂ ਦਿੱਲੀ ਵਾਪਸੀ ਦਾ ਕਿਰਾਇਆ 1.1 ਲੱਖ ਰੁਪਏ ਤੱਕ ਵੀ ਹੋਇਆ। ਨਵੀਂ ਦਿੱਲੀ ਤੋਂ ਮੌਂਟਰੀਅਲ ਜਾਣ ਵਾਲੇ ਯਾਤਰੀਆਂ ਨੂੰ 1,55,000 ਰੁਪਏ ਜ਼ਿਆਦਾ ਦੇਣੇ ਪੈ ਰਹੇ ਨੇ ਅਤੇ ਵਾਪਸੀ ਦੀਆਂ ਕੀਮਤਾਂ ਵੀ ਘੱਟ ਨਹੀਂ ਹਨ। ਦੋਵਾਂ ਪਾਸਿਆਂ ਦੇ ਜਿਹੜੇ ਕਿਰਾਏ ਨੇ ਉਹ ਜਿਹੜੇ ਨੇ ਆਮ ਯਾਤਰੀ ਭੁਗਤ ਰਹੇ ਨੇ। ਨਵੀਂ ਦਿੱਲੀ ਤੋਂ ਵੈਨਕੂਵਰ ਜਾਣ ਵਾਲੇ ਯਾਤਰੀਆਂ ਨੂੰ ਆਖਰੀ ਸਮੇਂ ਤੇ ਟਿਕਟ ਬੁੱਕ ਕਰਨ ਦੇ ਲਈ 1,33,000 ਰੁਪਏ ਖਰਚਣੇ ਪੈ ਸਕਦੇ ਨੇ। ਟਰੈਵਲ ਪੋਰਟਲ ਨੇ ਆਖਰੀ ਮਿੰਟ ਦੇ ਕਿਰਾਏ ਵਿੱਚ 25% ਤੱਕ ਦੇ ਵਾਧੇ ਦਾ ਅਨੁਮਾਨ ਲਗਾਇਆ ਹੈ। ਇਨ੍ਹਾਂ ਬੁਕਿੰਗਾਂ ਦੇ ਵਿੱਚ ਸੈਲਾਨੀ ਅਤੇ ਨਾਗਰਿਕ ਦੋਵੇਂ ਸ਼ਾਮਲ ਨੇ ਜੋ ਕਿਸੇ ਵੀ ਦੇਸ਼ ਵਿੱਚ ਦੋਸਤਾਂ ਤੇ ਪਰਿਵਾਰ ਨੂੰ ਮਿਲਣ ਜਾ ਰਹੇ ਨੇ। ਏਅਰ ਇੰਡੀਆ ਅਤੇ ਏਅਰ ਕੈਨੇਡਾ ਦੀਆਂ ਉਡਾਣਾਂ ਇਨ੍ਹਾਂ ਮਹੱਤਵਪੂਰਨ ਰੂਟਾਂ ਤੇ ਚੱਲਦੀਆਂ ਨੇ। ਦੋਵੇਂ ਕੰਪਨੀਆਂ ਮਿਲ ਕੇ ਹਫ਼ਤੇ ਵਿੱਚ 48 ਉਡਾਣਾਂ ਚਲਾਉਂਦੀਆਂ ਨੇ। ਏਅਰ ਇੰਡੀਆ ਨਵੀਂ ਦਿੱਲੀ ਤੋਂ ਟੋਰਾਂਟੋ ਅਤੇ ਨਵੀਂ ਦਿੱਲੀ ਤੋਂ ਵੈਨਕੂਵਰ ਵਿਚਕਾਰ ਰੋਜ਼ਾਨਾ ਉਡਾਣਾਂ ਚਲਾਉਂਦੀ ਹੈ, ਜਦੋਂ ਕਿ ਏਅਰ ਕੈਨੇਡਾ ਨਵੀਂ ਦਿੱਲੀ ਅਤੇ ਟੋਰਾਂਟੋ ਵਿਚਕਾਰ ਰੋਜ਼ਾਨਾ ਉਡਾਣਾਂ ਅਤੇ ਨਵੀਂ ਦਿੱਲੀ ਅਤੇ ਮੌਂਟਰੀਅਲ ਵਿਚਕਾਰ ਹਫ਼ਤੇ ਵਿੱਚ 3 ਉਡਾਣਾਂ ਚਲਾਉਂਦੀ ਹੈ। ਭਾਰਤ ਕੈਨੇਡਾ ਹਵਾਈ ਆਵਾਜਾਈ ਬਾਜ਼ਾਰ ਭਾਰਤ ਆਉਣ ਜਾਣ ਵਾਲੇ ਕੁੱਲ ਅੰਤਰਰਾਸ਼ਟਰੀ ਯਾਤਰੀਆਂ ਦਾ 1.2% ਹੈ, ਜਿਸ ਨਾਲ ਕੈਨੇਡਾ ਦੇ ਚੌਥੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਹਵਾਈ ਆਵਾਜਾਈ ਬਾਜ਼ਾਰ ਵਜੋਂ ਭਾਰਤ ਦੀ ਸਥਿਤੀ ਮਜ਼ਬੂਤ ਹੁੰਦੀ ਹੈ। ਵਿੱਤੀ ਸਾਲ 2023 ਹੁਣ ਤੱਕ ਦੋਵਾਂ ਦੇਸ਼ਾਂ ਵਿਚਾਲੇ ਜਿਹੜਾ ਹੈ 6,78,614 ਯਾਤਰੀਆਂ ਨੇ ਯਾਤਰਾ ਕੀਤੀ ਹੈ। ਇਹ ਸਾਰੀ ਅੰਤਰਰਾਸ਼ਟਰੀ ਯਾਤਰਾ ਦਾ ਦੋਗਣਾ ਹੈ। ਹਾਲ ਹੀ ਵਿੱਚ ਭਾਰਤ ਨੇ ਸੰਚਾਲਨ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕੈਨੇਡਾ ਵਿੱਚ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ। BLS ਨੇ ਆਪਣੀ ਵੈਬਸਾਈਟ ਤੇ ਇੱਕ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਸੰਚਾਲਨ ਕਾਰਨਾਂ ਕਰਕੇ ਭਾਰਤੀ ਵੀਜ਼ਾ ਸੇਵਾਵਾਂ ਨੂੰ ਅਗਲੇ ਹੁਕਮਾਂ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਜਰ ਕਤਲੇਆਮ ਨੂੰ ਲੈ ਕੇ ਹੁਣ ਭਾਰਤ ਖਿਲਾਫ ਨਵਾਂ ਦਾ ਖੇਡਿਆ ਲੱਗਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਟਾਵਾ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਕੈਨੇਡਾ ਨੇ ਕਈ ਹਫ਼ਤੇ ਪਹਿਲਾਂ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਬਾਰੇ ਭਰੋਸੇਯੋਗ ਦੋਸ਼ਾਂ ਦੇ ਸਬੂਤ ਭਾਰਤ ਨਾਲ ਸਾਂਝੇ ਕੀਤੇ, ਜਿਨ੍ਹਾਂ ਬਾਰੇ ਮੈਂ ਪਹਿਲਾਂ ਗੱਲ ਕੀਤੀ ਸੀ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਸਾਡੇ ਨਾਲ ਕੰਮ ਕਰੇਗਾ ਤਾਂ ਜੋ ਅਸੀਂ ਇਸ ਗੰਭੀਰ ਮਾਮਲੇ ਦੀ ਤਹਿ ਤੱਕ ਜਾ ਸਕੀਏ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ 18 ਜੂਨ ਨੂੰ ਆਪਣੇ ਦੇਸ਼ ਦੀ ਧਰਤੀ ਉੱਤੇ ਇਹ ਨਿੱਜਰ ਹੋਣਾ ਦਾ ਕਤਲ ਦੇ ਵਿੱਚ ਭਾਰਤੀ ਏਜੰਟ ਦੀ ਸੰਭਾਵੀ ਸ਼ਮੂਲੀਅਤ ਦੇ ਟਰੂਡੋ ਦੇ ਵਿਸਫੋਟਕ ਦੋਸ਼ਾਂ ਤੋਂ ਬਾਅਦ ਇਸ ਹਫ਼ਤੇ ਦੇ ਸ਼ੁਰੂ ਵਿੱਚ ਭਾਰਤ ਅਤੇ ਕੈਨੇਡਾ ਦਰਮਿਆਨ ਤਣਾਅ ਵੱਧ ਗਿਆ। ਭਾਰਤ ਨੇ 2020 ਵਿੱਚ ਯਾਨੀ ਕਿ 2020 ਵਿੱਚ ਨਿੱਜਰ ਨੂੰ ਜਿਹੜਾ ਹੈ ਐਲਾਨਿਆ ਸੀਗਾ। ਭਾਰਤ ਨੇ ਇਹਨਾਂ ਦੋਸ਼ਾਂ ਨੂੰ ਬੇਹੁਦਾ ਤੇ ਪ੍ਰੇਰਿਤ ਕਹਿ ਕੇ ਰੱਦ ਵੀ ਕਰ ਦਿੱਤਾ ਹੈ ਅਤੇ ਓਟਾਵਾ ਵੱਲੋਂ ਇਸ ਮਾਮਲੇ ਵਿੱਚ ਇੱਕ ਭਾਰਤੀ ਅਧਿਕਾਰੀ ਨੂੰ ਕੱਢਣ ਦੇ ਬਦਲੇ ਵਿੱਚ ਭਾਰਤ ਨੇ ਵੀ ਇੱਕ ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ ਦੇਸ਼ ਛੱਡਣ ਦਾ ਹੁਕਮ ਦੇ ਦਿੱਤਾ ਹੈ। ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ। ਨਾਜ਼ੁਕ ਸਥਿਤੀ ਦਰਮਿਆਨ ਅਮਰੀਕੀ ਵਿਦੇਸ਼ ਮੰਤਰੀ ਨੇ ਵੀ ਇਸ ਮਾਮਲੇ ਤੇ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਸਟਿਨ ਟਰੂਡੋ ਦੇ ਦੋਸ਼ਾਂ ਕਾਰਨ ਅਮਰੀਕਾ ਕਾਫੀ ਚਿੰਤਤ ਹੈ। ਮਾਮਲੇ ਦੀ ਜਾਂਚ ਬੇਹੱਦ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਟਰੂਡੋ ਨੇ ਭਾਰਤ ਤੇ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ। ਇਸ ਦਰਮਿਆਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਅਸੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਤੇ ਲਾਏ ਗਏ ਦੋਸ਼ਾਂ ਤੋਂ ਚਿੰਤਤ ਹਾਂ। ਅਸੀਂ ਆਪਣੇ ਕੈਨੇਡੀਅਨ ਸਹਿਯੋਗੀਆਂ ਨਾਲ ਇਸ ਮਾਮਲੇ ਤੇ ਚਰਚਾ ਕਰ ਰਹੇ ਹਾਂ। ਕੇਵਲ ਗੱਲ ਹੀ ਨਹੀਂ ਸਗੋਂ ਮਾਮਲੇ ਤੇ ਪੂਰੀ ਨਜ਼ਰ ਰੱਖਣ ਅਤੇ ਤਾਲਮੇਲ ਵੀ ਕੀਤਾ ਹੈ। ਜੇਕਰ ਕੈਨੇਡੀਅਨ ਜਾਂਚ ਕਿਸੇ ਸਿੱਟੇ ਤੇ ਪਹੁੰਚਦੀ ਹੈ ਤਾਂ ਇਹ ਮਹੱਤਵਪੂਰਨ ਹੋਏਗਾ ਬਹੁਤ ਹੀ। ਇਸ ਦੇ ਨਾਲ ਹੀ ਭਾਰਤ ਕੈਨੇਡਾ ਡਿਪਲੋਮੈਟਿਕ ਵਿਵਾਦ ਤੇ ਵਾਈਟ ਹਾਊਸ ਨੇ ਕਿਹਾ ਕਿ PM ਟਰੂਡੋ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਲੈ ਕੇ ਅਮਰੀਕਾ ਭਾਰਤ ਦੇ ਸੰਪਰਕ ਵਿੱਚ ਹੈ
ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੀਨ ਨੇ ਸ਼ੁੱਕਰਵਾਰ ਨੂੰ ਕਿਹਾ ਸੀਗਾ ਕਿ ਅਮਰੀਕਾ ਵੀ ਕੈਨੇਡੀਅਨ ਸਰਕਾਰ ਨਾਲ ਨਿਯਮਿਤ ਸੰਪਰਕ ਵਿੱਚ ਹੈ। ਵਾਈਟ ਹਾਊਸ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਨਾਲ ਗੱਲ ਕੀਤੀ ਹੈ, ਅਸੀਂ ਇਸ ਮੁੱਦੇ ਨੂੰ ਆਪਣੀ ਨਿੱਜੀ ਕੂਟਨੀਤਿਕ ਗੱਲਬਾਤ ਦੇ ਵਿੱਚ ਸ਼ਾਮਲ ਨਹੀਂ ਕਰਾਂਗੇ। ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ ਨੇ ਹਾਲ ਹੀ ਵਿੱਚ ਵਾਈਟ ਹਾਊਸ ਦਾ ਹਵਾਲਾ ਦਿੰਦੇ ਹੋਏ ਲਿਖਿਆ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਦੋਸ਼ਾਂ ਤੋਂ ਇੱਕ ਹਫ਼ਤਾ ਪਹਿਲਾਂ ਵੀ ਕੈਨੇਡੀਅਨ ਅਧਿਕਾਰੀਆਂ ਨੇ ਨਿੱਜਰ ਦੇ ਕਤਲ ਦੇ ਮਾਮਲੇ ਵਿੱਚ 5 ਆਈ ਅਲਾਇੰਸ ਤੋਂ ਸਾਂਝੀ ਜਨਤਕ ਆਲੋਚਨਾ ਕਰਨ ਦੀ ਮੰਗ ਕੀਤੀ ਸੀ, ਪਰ ਟਰੂਡੋ ਦੀ ਇਸ ਮੰਗ ਨੂੰ ਸਾਰਿਆਂ ਨੇ ਠੁਕਰਾ ਦਿੱਤਾ ਸੀ। ਕੈਨੇਡੀਅਨ ਪਬਲਿਕ ਬ੍ਰਾਡਕਾਸਟਰ ਨੇ ਲਿਖਿਆ ਕਿ 5 ਆਈਜ਼ ਸਹਿਯੋਗੀਆਂ ਨੇ ਕੈਨੇਡਾ ਭਾਰਤ ਵਿਵਾਦ ਵਿੱਚ ਸ਼ਾਮਲ ਹੋਣ ਵਿੱਚ ਘੱਟ ਦਿਲਚਸਪੀ ਦਿਖਾਈ। ਕੈਨੇਡਾ ਤੇ ਭਾਰਤ ਵਿਚਾਲੇ ਲਗਾਤਾਰ ਵੱਧਦੇ ਤਣਾਅ ਵਿਚਾਲੇ ਕੈਨੇਡਾ ਦੀ ਇੱਕ ਮੀਡੀਆ ਰਿਪੋਰਟ ਵਿੱਚ ਇਹ ਗੱਲ ਆਖੀ ਗਈ ਹੈ ਕਿ ਕੈਨੇਡਾ 'ਚ ਮੌਜੂਦ ਭਾਰਤੀ ਡਿਪਲੋਮੈਟਾਂ ਸਮੇਤ ਭਾਰਤੀ ਅਧਿਕਾਰੀਆਂ ਨੂੰ ਸਰਵੇਲਾਂਸ ਤੇ ਰੱਖਿਆ ਗਿਆ ਸੀ, ਜਿਸ ਵਿੱਚ ਉਹਨਾਂ ਦੇ ਸੰਚਾਰ ਵੀ ਸ਼ਾਮਲ ਨੇ। ਕੈਨੇਡਾ ਸਰਕਾਰ ਨੇ 1 ਮਹੀਨੇ ਦੀ ਜਾਂਚ ਦੇ ਦੌਰਾਨ ਖੁਫੀਆ ਜਾਣਕਾਰੀ ਇਕੱਠੀ ਕੀਤੀ। ਰਿਪੋਰਟ ਦੇ ਮੁਤਾਬਕ ਕੁਝ ਹੋਰ ਖੁਫੀਆ ਜਾਣਕਾਰੀ 5 ਆਈਜ਼ ਗੱਠਜੋੜ ਦੇ ਦੂਜੇ ਦੇਸ਼ਾਂ ਨੂੰ ਸਾਂਝੀ ਕੀਤੀ ਗਈ। ਇਸ ਸਮੂਹ ਵਿੱਚ ਕੈਨੇਡਾ ਤੋਂ ਇਲਾਵਾ ਸੰਯੁਕਤ ਰਾਜ ਅਮਰੀਕਾ, UK, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਸ਼ਾਮਲ ਨੇ। ਰਿਪੋਰਟ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਕੈਨੇਡਾ ਦੇ ਕੌਮੀ ਸੁਰੱਖਿਆ ਤੇ ਖੁਫੀਆ ਸਲਾਹਕਾਰ ਜੌਡੀ ਨੇ ਅਗਸਤ ਵਿੱਚ 4 ਦਿਨ ਅਤੇ ਸਤੰਬਰ ਵਿੱਚ 5 ਦਿਨਾਂ ਦੇ ਲਈ ਭਾਰਤ ਦੀ ਯਾਤਰਾ ਕੀਤੀ ਹੈ। ਉਹਨਾਂ ਦੀ ਦੂਜੀ ਯਾਤਰਾ G20 ਨੇਤਾਵਾਂ ਦੇ ਸਿਖਰ ਸੰਮੇਲਨ ਦੇ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਹੋਈ ਸੀ। ਕੈਨੇਡੀਆਈ ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਬੰਦਾ ਦਰਵਾਜ਼ੇ ਪਿੱਛੇ ਦਬਾਅ ਪਾਇਆ ਗਿਆ ਤਾਂ ਕਿਸੇ ਵੀ ਭਾਰਤੀ ਅਧਿਕਾਰੀ ਨੇ ਇਸ ਮਾਮਲੇ ਦੇ ਮੂਲ ਦੋਸ਼ਾਂ ਤੋਂ ਇਨਕਾਰ ਨਹੀਂ ਕੀਤਾ ਕਿ ਕੈਨੇਡਾ ਦੀ ਧਰਤੀ ਤੇ ਇੱਕ ਕੈਨੇਡੀਆਈ ਨਾਗਰਿਕ ਦੀ ਹੱਤਿਆ 'ਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਸੁਝਾਅ ਦੇਣ ਦੇ ਲਈ ਸਬੂਤ ਨੇ। ਟਰੂਡੋ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਦਿਆਂ ਨਿਊਯਾਰਕ 'ਚ ਕਿਹਾ ਸੀਗਾ ਕਿ ਮੈਂ ਤੁਹਾਨੂੰ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਇਹਨਾਂ ਦੋਸ਼ਾਂ ਨੂੰ ਹਾਊਸ ਆਫ ਕਾਮਨਸ ਦੇ ਫਲੋਰ ਤੇ ਸਾਂਝਾ ਕਰਨ ਦਾ ਫੈਸਲਾ ਕਰਕੇ ਹਲਕੇ 'ਚ ਨਹੀਂ ਲਿਆ ਗਿਆ ਸੀ। ਉਹਨਾਂ ਨੇ ਕਿਹਾ ਕਿ ਇਹ ਫੈਸਲਾ ਬਹੁਤ ਗੰਭੀਰਤਾ ਨਾਲ ਲਿਆ ਗਿਆ। ਕੈਨੇਡੀਆਈ ਸਰਕਾਰ ਨੇ ਅਜੇ ਸਬੂਤ ਪੇਸ਼ ਨਹੀਂ ਕੀਤੇ ਅਤੇ ਸੁਝਾਅ ਦਿੱਤਾ ਕਿ ਇਹ ਕਾਨੂੰਨੀ ਪ੍ਰਕਿਰਿਆ ਦੌਰਾਨ ਸਾਹਮਣੇ ਆ ਸਕਦੇ ਨੇ। ਹਾਲਾਂਕਿ ਨਿੱਜਰ ਹੱਤਿਆਕਾਂਡ ਨੇ ਭਾਰਤ ਦੇ ਨਾਲ ਕੈਨੇਡਾ ਦੇ ਰਿਸ਼ਤਿਆਂ 'ਚ ਜਿਹੜੀ ਹੈ ਖਲਬਲੀ ਮਚਾ ਦਿੱਤੀ ਹੈ। ਭਾਰਤ, ਆਸਟ੍ਰੇਲੀਆ, ਜਾਪਾਨ ਤੇ ਅਮਰੀਕਾ ਦੀ ਸ਼ਮੂਲੀਅਤ ਵਾਲੇ 4 ਮੁਲਕੀ ਸਮੂਹ ਕੁਆਡ ਨੇ ਯੂਕਰੇਨ ਵਿੱਚ ਜੰਗ ਦੇ ਜ਼ੋਰ ਫੜਨ ਤੇ ਡੂੰਘੀ ਚਿੰਤਾ ਜਤਾਈ ਹੈ। ਕੁਆਡ ਨੇ ਸਾਫ਼ ਕਰ ਦਿੱਤਾ ਹੈ ਕਿ ਪਰਮਾਣੂ ਹਥਿਆਰਾਂ ਦੀ ਵਰਤੋਂ ਜਾਂ ਵਰਤੋਂ ਦੀ ਧਮਕੀ ਦੇਣ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ। ਸਮੂਹ ਨੇ ਚੀਨ ਉੱਤੇ ਸਿੱਧੇ ਹਮਲੇ ਤੇ ਹਿੰਦ ਪ੍ਰਸ਼ਾਂਤ ਖਿੱਤੇ ਦੇ ਹਵਾਲੇ ਨਾਲ ਕਿਹਾ ਕਿ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਕੌਮਾਂਤਰੀ ਨਿਯਮਾਂ ਮੁਤਾਬਕ ਸਤਿਕਾਰ ਕੀਤਾ ਜਾਏ। ਭਾਰਤ ਦੇ ਵਿਦੇਸ਼ ਮੰਤਰੀ S ਜੈਸ਼ੰਕਰ, ਉਹਨਾਂ ਦੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ, ਆਸਟ੍ਰੇਲੀਅਨ ਹਮਰੁਤਬਾ ਪੈਨੀ ਤੇ ਜਾਪਾਨ ਦੇ ਹਮਰੁਤਬਾ ਕਾਮੀਕਾਵਾ ਨੇ ਇੱਥੇ UN ਜਨਰਲ ਅਸੈਂਬਲੀ ਦੇ ਉੱਚ ਪੱਧਰੀ 78ਵੇਂ ਇਜਲਾਸ ਤੋਂ ਇੱਕ ਪਾਸੇ ਕੁਆਡ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ ਸ਼ਿਰਕਤ ਕੀਤੀ। ਕੁਆਡ ਨੇ ਬੈਠਕ ਮਗਰੋਂ ਸਾਂਝੇ ਬਿਆਨ 'ਚ ਯੂਕਰੇਨ ਵਿੱਚ ਜੰਗ ਦੇ ਜ਼ੋਰ ਫੜਨ ਤੇ ਫਿਕਰ ਜਤਾਇਆ ਅਤੇ ਇਸ ਕਰਕੇ ਮਾਨਵਤਾ ਨੂੰ ਪੁੱਜੇ ਨੁਕਸਾਨ ਉੱਤੇ ਸੋਗ ਜ਼ਾਹਿਰ ਕੀਤਾ। 4 ਮੁਲਕੀ ਸਮੂਹ ਨੇ ਕਿਹਾ ਕਿ ਕੌਮਾਂਤਰੀ ਨਿਯਮਾਂ ਤੇ UN ਚਾਰਟਰ ਦੇ ਸਿਧਾਂਤਾਂ ਦੇ ਮੁਤਾਬਕ ਯੂਕਰੇਨ ਵਿੱਚ ਸ਼ਾਂਤੀ ਦੀ ਸਥਿਤੀ ਦੀ ਵੱਡੀ ਲੋੜ ਹੈ। ਸਮੂਹ ਨੇ ਆਲਮੀ ਖੁਰਾਕ ਸੁਰੱਖਿਆ ਹਾਲਾਤ ਬਾਰੇ ਵੀ ਚਿੰਤਾ ਜਤਾਈ ਹੈ। ਸਮੂਹ ਨੇ ਸੱਦਾ ਦਿੱਤਾ ਹੈ ਕਿ ਉਹ ਅਜਿਹੀ UN ਸੁਰੱਖਿਆ ਕੌਂਸਲ ਚਾਹੁੰਦੇ ਨੇ ਜੋ ਵਧੇਰੇ ਅਸਰਦਾਰ, ਪਾਰਦਰਸ਼ੀ ਤੇ ਭਰੋਸੇਯੋਗ ਹੋਣ ਤੇ ਜਿੱਥੇ ਵਧੇਰੇ ਨੁਮਾਇੰਦਗੀ ਮਿਲੇ। ਅਮਰੀਕਾ ਦੇ ਟੈਕਸਾਸ ਰਾਜ ਦੀ ਇੱਕ ਜੇਲ੍ਹ ਵਿੱਚ 2 ਕਤਲਾਂ ਦੇ ਮਾਮਲੇ ਵਿੱਚ ਬਿਨਾਂ ਪੈਰੋਲ ਉਮਰ ਭਰ ਦੇ ਲਈ ਜੇਲ੍ਹ ਵਿੱਚ ਬੰਦ ਕੈਦੀ ਦੀ ਉਸਦੇ ਸਾਥੀ ਕੈਦੀ ਵੱਲੋਂ ਹੱਤਿਆ ਕਰ ਦੇਣ ਦੀ ਖਬਰ ਹੈ। ਕੈਦੀ ਉੱਪਰ 20 ਤੋਂ ਵੱਧ ਹੋਰ ਵਿਰਧ ਔਰਤਾਂ ਦੀਆਂ ਹੱਤਿਆਵਾਂ ਕਰਨ ਦੇ ਵੀ ਦੋਸ਼ ਸਨ। ਫੌਜਦਾਰੀ ਨਿਆਂ ਬਾਰੇ ਟੈਕਸਾਸ ਵਿਭਾਗ ਦੇ ਬੁਲਾਰੇ ਅਮਾਂਡਾ ਅਨੁਸਾਰ 50 ਸਾਲਾ ਬਿਲੀ ਆਪਣੇ ਸੈੱਲ ਵਿੱਚ ਮ੍ਰਿਤਕ ਪਾਇਆ ਗਿਆ। ਬੁਲਾਰੇ ਦੇ ਅਨੁਸਾਰ ਸਾਥੀ ਕੈਦੀ ਵੀ ਉਮਰ ਭਰ ਲਈ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਬੁਲਾਰੇ ਨੇ ਨਾ ਹੀ ਸਾਥੀ ਕੈਦੀ ਦਾ ਨਾਂ ਜਾਰੀ ਕੀਤਾ ਹੈ, ਨਾ ਹੀ ਮਾਰੇ ਗਏ ਕੈਦੀ ਦੀ ਮੌਤ ਦਾ ਕਾਰਨ ਦੱਸਿਆ ਹੈ। ਬਿਲੀ ਕੈਮਰਮੀਰ 80 ਸਾਲਾ ਲੂ ਥੀ ਹੈਰਿਸ ਤੇ 87 ਸਾਲਾ ਮੈਰੀ ਦੀਆਂ ਹੱਤਿਆਵਾਂ ਦੇ ਦੋਸ਼ਾਂ ਤਹਿਤ ਹੋਈ ਉਮਰ ਭਰ ਲਈ ਜੇਲ੍ਹ ਦੀ ਸਜ਼ਾ ਕੱਟ ਰਿਹਾ ਸੀ। ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪੰਜਾਬ ਵਿੱਚੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਚੰਗੇ ਭਵਿੱਖ ਦੀ ਆਸ ਦੇ ਲਈ ਵਿਦੇਸ਼ਾਂ ਨੂੰ ਜਾਂਦੇ ਨੇ। ਇਹਨਾਂ ਵਿੱਚੋਂ ਕਈ ਪੜ੍ਹਾਈ ਵਾਸਤੇ ਤੇ ਕਈ ਰੋਜ਼ੀ ਰੋਟੀ ਕਮਾਉਣ ਦੇ ਲਈ ਵਿਦੇਸ਼ਾਂ 'ਚ ਜਾ ਕੇ ਸੈਟਲ ਹੋ ਜਾਂਦੇ ਨੇ, ਪਰ ਕਈ ਵਾਰ ਉਹਨਾਂ ਨਾਲ ਅਜਿਹਾ ਹੁੰਦਾ ਹੈ ਕਿ ਸਾਰੇ ਸੁਪਨੇ ਚਕਨਾਚੂਰ ਹੋ ਜਾਂਦੇ ਨੇ। ਅਜਿਹਾ ਹੀ ਇੱਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ। ਮਿਲੀ ਜਾਣਕਾਰੀ ਦੇ ਮੁਤਾਬਕ ਆਦਮਪੁਰ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਹਾਰਟ ਅਟੈਕ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਮਨਜੋਤ ਸਿੰਘ ਵਾਸੀ ਪਿੰਡ ਪਧਿਆਣਾ ਵਜੋਂ ਹੋਈ ਹੈ। ਦਮਨਜੋਤ ਅਜੇ 6 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀਗਾ ਤੇ ਨਾਲ ਹੀ ਇਹ ਖਬਰ ਵੀ ਉਸਦੇ ਪਰਿਵਾਰ ਵਾਲਿਆਂ ਕੋਲ ਪਹੁੰਚੀ। ਪਰਿਵਾਰ ਵਾਲਿਆਂ ਨੇ 40 ਲੱਖ ਦਾ ਕਰਜ਼ਾ ਲੈ ਕੇ ਉਸਨੂੰ ਵਿਦੇਸ਼ ਭੇਜਿਆ ਸੀ। ਪਰਿਵਾਰ ਵਾਲਿਆਂ ਨੂੰ ਉਮੀਦ ਸੀ ਕਿ ਦਮਨਜੋਤ ਵਿਦੇਸ਼ ਜਾ ਕੇ ਪੈਸਾ ਕਮਾਏਗਾ ਤੇ ਕਰਜ਼ਾ ਚੁਕਾ ਦੇਗਾ, ਪਰ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ।
9/11 ਦੇ ਹਮਲੇ ਦੇ ਪੀੜਤਾਂ ਦੇ ਜ਼ਖਮ 22 ਸਾਲ ਬਾਅਦ ਵੀ ਅੱਲੇ ਨੇ। ਇਸ ਹਮਲੇ ਉਪਰੰਤ ਨਸਲੀ ਹਿੰਸਾ ਵਿੱਚ ਜਾਨ ਗਵਾਉਣ ਵਾਲੇ ਪਹਿਲੇ ਵਿਅਕਤੀ ਬਲਵੀਰ ਸਿੰਘ ਸੋਢੀ ਨੂੰ ਯਾਦ ਕਰਦਿਆਂ ਪਿਛਲੇ ਦਿਨੀ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਮੇਸਾ ਸ਼ਹਿਰ ਵਿੱਚ ਘਟਨਾ ਸਥਾਨ ਤੇ ਕੀਤੇ ਗਏ ਸੰਖੇਪ ਸੰਮੇਲਨ ਵਿੱਚ ਪਰਿਵਾਰਕ ਮੈਂਬਰਾਂ, ਸੱਜਣਾ ਮਿੱਤਰਾਂ ਤੋਂ ਇਲਾਵਾ ਮਿਸਟਰ ਗ੍ਰੈਗ ਸਟੈਂਟਨ, ਕਾਂਗਰਸਮੈਨ ਐਰੀਜ਼ੋਨਾ ਤੇ ਲੈਰੀ डायरेक्टर होरां ने अपने विचार साझे किए ਅਤੇ शरधा के फुल भेंट किए। डॉक्टर जसवंत सिंह सचदेव जी ने स्टेज की सेवा निभाई। कुलवीर सिंह जी गुप्ता ने गुरबाणी राही परिवार को हौसला दिता। उपरंत राणा सिंह सोढी ने आए पतवंते सज्जणा ते संगतां दा धन्नवाद किया। इस हफ्ते संयुक्त राष्ट्र की मीटिंग में जस्टिन ट्रूडो ने 2023 ਵਿੱਚ तेल ਤੇ गैस इंडस्ट्री ਵਿੱਚ ग्रीन हाउस गैसां ਦੇ ਰਿਸਾਅ ਉੱਤੇ रोक ਲਾਉਣ ਦਾ ਵਾਅਦਾ ਕੀਤਾ। ਉਹਨਾਂ ਨੇ ਆਖਿਆ ਕਿ ਕੈਨੇਡਾ ਕਲਾਈਮੇਟ ਚੇਂਜ ਦੇ ਨਾਲ ਪੂਰੀ ਤਰ੍ਹਾਂ ਨਜਿੱਠੇਗਾ। ਉਹਨਾਂ ਨੇ ਆਖਿਆ ਕਿ ਸਰਕਾਰ ਹਰੇਕ ਪੱਧਰ ਉੱਤੇ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਨੂੰ ਰੋਕਣ ਦਾ ਉਪਰਾਲਾ ਕਰੇਗੀ। ਬੁੱਧਵਾਰ ਨੂੰ ਟਰੂਡੋ ਨੇ ਆਖਿਆ ਕਿ ਇਸ ਸਾਲ ਦੇ ਅੰਤ ਤੱਕ ਅਸੀਂ ਤੇਲ ਤੇ ਗੈਸ ਸੈਕਟਰ ਦੇ ਰਿਸਾਅ ਉੱਤੇ कैप लाने के लिए फ्रेमवर्क तैयार करके उसका ऐलान कर देवांगे। इस कैप का 2 साल पहला ऐलान किया गया सी। एनवायरमेंट मंत्री स्टीवन ने आख्या कि एक बारी इस संबंधी नियम तैयार होने तो बाद इसनूं लागू करने के लिए 12 तो 14 महीनों का समा लगेगा। ट्रूडो ने 2030 तक तेल ते गैस सैक्टर तो मिथेन के रिसाअ नूं घटाउण दे लई अपने टीचे 2012 के पद्धर तो 75% घटा करन दा करार भी किया। इस तो इलावा उन्होंने गरीबी घटाउण ते ग्रोथ ट्रस्ट के लिए $700 मिलियन के नेड़े तेड़े रकम राख भी रखी है। ये रकम विकासशील देशों नूं क्लाइमेट चेंज के नाल नजिठण दे लई दित्ती जाती है। उत्तरी वैनकूवर टापू ते एक छोटे जहाज के हादसाग्रस्त होने मगरों 2 लोग जख्मी हो गए। कनेडा के ट्रांसपोर्टेशन सेफ्टी बोर्ड के बुलारे ने दस्सिया कि निजी तौर पर बल्कीयत वाला डी हैवी लैंड वीवर जहाज कैंपबेल नदी के दक्षिण पश्चिम तो लगभग 18 किलोमीटर दक्षिण पश्चिम जमीन नाल टकराउण मगरों हादसे का शिकार हो गया। उन्होंने दस्सिया कि जदों सिंगल इंजन प्रॉपलर जहाज हेठां डिग्गा तो इस विच सवार 2 लोग जख्मी हो गए। उन्होंने दस्सिया कि दोहां जख्मियों को इलाज के लिए हॉस्पिटल दाखिल करवाया गया है पर सट्टां जानलेवा नहीं हैं। उधर इस हादसे बारे जानकारी मिलने तो बाद माउंटेज 19 विंग कोमोकस के एक कॉरमोरेंट हैलीकॉप्टर ते सवार खोज और बचाव अमले के नाल घटना स्थान पर हाज़र होए और उन्होंने हालातों का जायजा लिया। फिलहाल माउंटेज और ट्रांसपोर्टेशन सेफ्टी बोर्ड अजे भी ये पता लगवाउण दे लई काम कर रहे हैं कि हादसा किन्ना कारणों के चलदियां वापरिया। भारत ते कनेडा विच बीते कुछ दिनों तो वधदे विवाद का असर हुण कारोबार ते दिखण लग गया है। कनेडा के नागरिकों लिए वीज़ा देने ते भारत ने फिलहाल रोक लगा दी है। इस दरमियान महिंद्रा ग्रुप ने भी कनेडा नूं वड्डा झटका दिता है। आनंद महिंद्रा की कंपनी महिंद्रा एंड महिंद्रा ने कनेडा बेस्ड कंपनी रेसन एरोस्पेस कॉरपोरेशन तो अपनी साझेदारी खत्म करने का ऐलान किया है। रेसन एरोस्पेस कॉरपोरेशन विच महिंद्रा जिहड़ा है एंड महिंद्रा का 11.18% हिस्सेदारी सी। दोवें देशों में कूटनीतिक लड़ाई जारी है। महिंद्रा ने एक कदम अजिहे समय चुक्या जदों कनेडा ते भारत विचाले तनाव पीकते है। हालांकि उन्होंने तनाव का कारण आपस में महिंद्रा कंपनी का अपनी कंपनी के नाल कोई भी होवे पर इत्थे इस गल नूं भारत ते कनेडा के तनाव के नाल जोड़ दिता गया। स्कारबरो के डोरसेट पार्क खेतर विच एक बार च वीरवार रात नूं होई गोलीबारी 2 लोग जख्मी हो गए। टोरंटो पुलिस वालों इस गल की जानकारी दी गई। टोरंटो पैरामैडिक सर्विसेज ने कहा कि उन्होंने शुक्रवार राती करीब 1:30 बजे बर्च माउंट और एलिसमेर रोड खेतर च बुलाया गया। पैरामैडिक्स ने कहा कि जदों मौके पर पहुंचे तो उत्थे उन्होंने 2 व्यक्ति गोलीबारी कारण गंभीर रूप में जख्मी मिले। इस मगरों दोहां नूं मुढली सहायता देने तो बाद जानलेवा सट्टां दे चलदिआं हस्पताल च दाखिल करवाया गया। टोरंटो पुलिस ने बाद में पुष्टि की है कि गोलीबारी झगड़े तो बाद शुरू हुई सी जिस विच 2 व्यक्ति जख्मी हो गए। पुलिस का कहना है कि गोलीबारी दौरान कुछ वाहन भी नुकसाने गए ने पर इस दौरान किसी होर दे जख्मी होने की कोई जानकारी नहीं है। पुलिस का कहना है कि इस मामले एक व्यक्ति को हिरासत में लिया गया है और एक हथियार भी बरामद किया गया है। फिलहाल पुलिस का कहना है कि मामले की जांच की जा रही है और बाकी जानकारी जांच तो बाद ही सामने आएगी।
ਚੀਨ ਦਾ ਰੱਖਿਆ ਮੰਤਰੀ ਲੀ ਸ਼ਾਂਗਾਫੂ ਪਿਛਲੇ 3 ਹਫ਼ਤਿਆਂ ਤੋਂ ਗਾਇਬ ਨੇ। ਇਸ ਦੌਰਾਨ ਉਹਨਾਂ ਨੂੰ ਕਿਤੇ ਵੀ ਨਹੀਂ ਦੇਖਿਆ ਗਿਆ। ਚੀਨ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਵਾਲੇ ਅਮਰੀਕੀ ਸੂਤਰਾਂ ਦਾ ਮੰਨਣਾ ਹੈ ਕਿ ਲੀ ਸ਼ਾਂਗਫੂ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬਰਖਾਸਤ ਕਰ ਦਿੱਤਾ ਹੈ। ਉਹ ਇਸ ਸਮੇਂ ਹਿਰਾਸਤ ਵਿੱਚ ਹੈ। ਲੀ ਸ਼ਾਂਗਫੂ ਤੇ ਸੈਨਾ 'ਚ ਭ੍ਰਿਸ਼ਟਾਚਾਰ ਤੇ ਦੋਸ਼ਾਂ ਦੀ ਜਾਂਚ ਚੱਲ ਰਹੀ ਹੈ। ਖਾਸ ਕਰਕੇ ਉਸ ਵੱਲੋਂ ਸੈਨਾ ਲਈ ਖਰੀਦੇ ਗਏ ਉਪਕਰਨਾਂ 'ਚ ਕੀਤੇ ਗਏ ਘੁਟਾਲੇ ਦਾ ਵੀ ਸ਼ੱਕ ਹੈ। ਸ਼ਾਂਗਫੂ ਦੇ ਕਰੀਅਰ ਦੀ ਸ਼ੁਰੂਆਤ ਪੀਐਲਏ ਦੇ ਮੁੱਖ ਸੈਟੇਲਾਈਟ ਸੈਂਟਰ ਤੋਂ ਹੋਈ ਸੀ। ਇਸ ਲਈ ਪੀਐਲਏ ਰਾਕੇਟ ਫੋਰਸ ਨੂੰ ਲੈ ਕੇ ਅੰਦਰੂਨੀ ਘਟਨਾਵਾਂ ਨੂੰ ਲੈ ਕੇ ਵੀ ਉਸ ਦੀ ਜਾਂਚ ਹੋ ਰਹੀ ਹੈ। ਇਸ ਤੋਂ ਇਲਾਵਾ ਯੂਕਰੇਨ ਤੇ ਹਮਲੇ ਤੋਂ ਬਾਅਦ ਰੂਸ ਨਾਲ ਹੋਏ ਚੀਨ ਦੀ ਸਥਾਨਿਕ ਹਾਰਡਵੇਅਰ ਡੀਲ ਵਿੱਚ ਉਸ ਦਾ ਹੱਥ ਹੋਣ ਦਾ ਸ਼ੱਕ ਹੈ। ਇਸ ਦੇ ਨਾਲ ਹੀ ਉਸ ਤੇ ਚੀਨੀ ਹਥਿਆਰਾਂ ਦੇ ਸੌਦੇ 'ਚ ਭ੍ਰਿਸ਼ਟਾਚਾਰ ਦੇ ਵੀ ਦੋਸ਼ ਨੇ। ਇੱਕ ਰਿਪੋਰਟ ਵਿੱਚ ਇੱਕ ਸੀਨੀਅਰ ਚੀਨੀ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਵਿਦੇਸ਼ ਮੰਤਰੀ ਕੇਵਿਨ ਗਾਂਗ ਨੂੰ ਅਮਰੀਕਾ 'ਚ ਇੱਕ ਔਰਤ ਦੇ ਨਾਲ ਨਾਜਾਇਜ਼ ਸੰਬੰਧ ਰੱਖਣ ਕਾਰਨ ਹਟਾਇਆ ਗਿਆ ਸੀ। ਇਨ੍ਹਾਂ ਸੰਬੰਧਾਂ ਕਾਰਨ ਉਸ ਦਾ ਉਸ ਔਰਤ ਨਾਲ ਅਮਰੀਕਾ 'ਚ ਇੱਕ ਬੱਚਾ ਵੀ ਹੈ। ਮਹਿਲਾ ਦੇ ਨਾਂ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਹੈ ਕਿ ਉਹ ਇੱਕ ਟੀਵੀ ਐਂਕਰ ਫੂ ਸ਼ਿਓਸ਼ੇਨ ਹੈ ਜੋ ਕਾਫੀ ਦਿਨਾਂ ਤੋਂ ਦਿਖਾਈ ਨਹੀਂ ਦਿੱਤੀ। ਨਿਊਜ਼ੀਲੈਂਡ ਵਿੱਚ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਇਸ ਮਗਰੋਂ ਕਵੀਸਟਾਊਨ ਸੂਬੇ ਨੇ ਤਿਲਕਣ ਅਤੇ ਹੜ੍ਹ ਦੇ ਖਤਰਿਆਂ ਨਾਲ ਨਜਿੱਠਣ ਦੇ ਹਿੱਸੇ ਵਜੋਂ ਸ਼ੁੱਕਰਵਾਰ ਨੂੰ 7 ਦਿਨਾਂ ਦੀ ਸ਼ੁਰੂਆਤੀ ਮਿਆਦ ਦੇ ਲਈ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ। ਸਮਾਚਾਰ ਏਜੰਸੀ ਸ਼ਨੂਹਾ ਦੀ ਰਿਪੋਰਟ ਦੇ ਮੁਤਾਬਕ ਕਵੀਸਟਾਊਨ ਦੇ ਮੇਅਰ ਗਲੇਨ ਨੇ ਕਿਹਾ ਕਿ ਕਵੀਸਟਾਊਨ ਵਿੱਚ ਹੋਈ ਭਾਰੀ ਬਾਰਿਸ਼ ਦੇ ਮੱਦੇਨਜ਼ਰ ਇਹ ਐਲਾਨ ਜ਼ਰੂਰੀ ਸੀ। ਲੀਵਰਸ ਨੇ ਕਿਹਾ ਕਿ ਮੌਜੂਦਾ ਮੌਸਮ ਦੀ ਘਟਨਾ ਸਥਿਤੀ ਚਿੰਤਾਜਨਕ ਹੈ। ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਮੌਜੂਦਾ ਸਥਿਤੀਆਂ ਵਿੱਚ ਐਮਰਜੈਂਸੀ ਪ੍ਰਬੰਧਨ ਨਾਲ ਕੰਮ ਕਰ ਰਹੀ ਹੈ। ਵੀਰਵਾਰ ਨੂੰ ਮੀਂਹ ਕਾਰਨ ਨੇੜਲੇ ਸਾਊਥਲੈਂਡ ਦੇ ਲਈ ਐਮਰਜੈਂਸੀ ਦੀ ਇੱਕ ਖੇਤਰੀ ਸਥਿਤੀ ਬਣੀ ਹੋਈ ਹੈ। ਕਈ ਸਕੂਲ ਅਤੇ ਕਿੰਡਰਗਾਰਟਨ ਬੰਦ ਨੇ। ਉਹਨਾਂ ਨੇ ਦੱਸਿਆ ਕਿ ਕਈ ਹੜ੍ਹ ਅਤੇ ਮਲਬੇ ਕਾਰਨ ਘਟਨਾਵਾਂ ਵਾਪਰ ਰਹੀਆਂ ਨੇ। ਕੌਂਸਲ ਪ੍ਰਭਾਵਿਤ ਲੋਕਾਂ ਨਾਲ ਸੰਪਰਕ ਬਣਾਏ ਹੋਏ ਹੈ, ਜਿਸ ਵਿੱਚ 100 ਤੋਂ ਵੱਧ ਲੋਕਾਂ ਨੂੰ ਕੱਢਣਾ ਵੀ ਸ਼ਾਮਲ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਲੋਕਾਂ ਨੇ ਪ੍ਰਬੰਧ ਲਈ ਇੱਕ ਅਸਥਾਈ ਨਿਕਾਸੀ ਕੇਂਦਰ ਸਥਾਪਿਤ ਕੀਤਾ ਗਿਆ ਹੈ। ਨਵੀਂ ਸਕਾਈ ਲਾਈਨ ਜਿਹੜੀ ਹੈ ਕੁਇਨਸਟਾਊਨ ਗੰਡੋਲਾ, ਜਿਸ ਦਾ ਵਿਸਤਾਰ ਕੀਤਾ ਗਿਆ ਸੀ ਅਤੇ ਜੂਨ ਵਿੱਚ ਦੁਬਾਰਾ ਲਾਂਚ ਕੀਤਾ ਗਿਆ ਸੀ, ਨੂੰ ਤਿਲਕਣ ਅਤੇ ਹੜ੍ਹ ਕਾਰਨ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਕੁਇਨਸਟਾਊਨ ਤੋਂ 45 ਮਿੰਟ ਦੀ ਦੂਰੀ ਤੇ ਗਲੇਨੋਰਚੀ ਜਾਣ ਵਾਲੀ ਸੜਕ ਝੀਲ ਦੇ ਪੱਧਰ 'ਚ ਵਾਧੇ ਕਾਰਨ ਬੰਦ ਹੋ ਗਈ ਹੈ। ਗਲੇਨਰੋਚੀ ਦਾ ਲਾਰਡ ਆਫ ਦ ਰਿੰਗਸ ਲਈ ਫਿਲਮਾਂਕਣ ਸਥਾਨਾਂ ਲਈ ਮਸ਼ਹੂਰ ਸੀ। ontario ਦੇ ਪ੍ਰੀਮੀਅਰ ਡਗ ਫੋਰਡ ਦਾ ਕਹਿਣਾ ਹੈ ਕਿ ਉਹ ਗ੍ਰੀਨ ਬੈਲਟ ਨੂੰ ਡਿਵੈਲਪਰਾਂ ਲਈ ਖੋਲ੍ਹਣ ਦੇ ਆਪਣੀ ਸਰਕਾਰ ਦੇ ਫੈਸਲੇ ਨੂੰ ਬਦਲ ਦੇਣਗੇ। ਫੋਰਡ ਨੇ ਵੀਰਵਾਰ ਦੁਪਹਿਰ ਨੂੰ ਨਿਆਗਰਾ ਫਾਲਸ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ, ਜਿੱਥੇ ਉਹਨਾਂ ਦੀ ਕਾਕਸ ਇੱਕ ਪਾਰਟੀ ਰੀਟਰੀਟ ਦੇ ਲਈ ਇਕੱਠੀ ਹੋਈ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਰਡ ਨੇ ਕਿਹਾ, ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ ਗ੍ਰੀਨ ਬੈਲਟ ਨੂੰ ਨਹੀਂ ਛੂਹਾਂਗਾ। ਮੈਂ ਉਸ ਵਾਅਦੇ ਨੂੰ ਤੋੜ ਦਿੱਤਾ ਹੈ ਅਤੇ ਇਸ ਦੇ ਲਈ ਮੈਨੂੰ ਬਹੁਤ ਅਫਸੋਸ ਹੈ। ਮੈਨੂੰ ਆਪਣੇ ਵਾਅਦੇ ਨਿਭਾਉਣ ਤੇ ਮਾਣ ਹੈ। ਗ੍ਰੀਨ ਬੈਲਟ ਨੂੰ ਖੋਲ੍ਹਣਾ ਇੱਕ ਗਲਤੀ ਸੀ। ਅਜਿਹੀ ਪ੍ਰਕਿਰਿਆ ਸਥਾਪਿਤ ਕਰਨਾ ਇੱਕ ਗਲਤੀ ਸੀ ਜੋ ਬਹੁਤ ਤੇਜ਼ੀ ਨਾਲ ਅੱਗੇ ਵਧਦੀ ਹੈ। ਫੋਰਡ ਨੇ ਅੱਗੇ ਆਖਿਆ ਹੈ ਕਿ ਗ੍ਰੀਨ ਬੈਲਟ ਤੋਂ ਜ਼ਮੀਨ ਦੇ ਕਿਹੜੇ ਟੁਕੜਿਆਂ ਨੂੰ ਹਟਾਇਆ ਜਾਏਗਾ। ਇਸ ਦੀ ਚੋਣ ਕਰਨ ਦੀ ਪ੍ਰਕਿਰਿਆ 'ਚ ਕੁਝ ਲੋਕਾਂ ਲਈ ਦੂਜਿਆਂ ਦੀ ਤੁਲਨਾ 'ਚ ਵਧੇਰੇ ਲਾਭ ਲੈਣ ਦੇ ਲਈ ਬਹੁਤ ਜ਼ਿਆਦਾ ਥਾਂ ਬਚੀ ਹੈ। ਫੋਰਡ ਨੇ ਆਖਿਆ ਹੈ ਕਿ ਇਸ ਕਾਰਨ ਲੋਕ ਸਾਡੇ ਇਰਾਦਿਆਂ ਤੇ ਸਵਾਲ ਚੁੱਕਣ ਲੱਗੇ ਨੇ। ਪਹਿਲੇ ਕਦਮ ਵਜੋਂ ਤੁਹਾਡਾ ਭਰੋਸਾ ਵਾਪਸ ਹਾਸਲ ਕਰਨ ਦੇ ਲਈ ਮੈਂ ਸਾਡੇ ਵੱਲੋਂ ਕੀਤੀਆਂ ਤਬਦੀਲੀਆਂ ਨੂੰ ਬਦਲਾਂਗਾ ਅਤੇ ਭਵਿੱਖ ਵਿੱਚ ਗ੍ਰੀਨ ਬੈਲਟ ਵਿੱਚ ਕੋਈ ਬਦਲਾਅ ਨਹੀਂ ਕਰਾਂਗਾ। ਇਸ ਉਲਟਫੇਰ ਦੇ ਬਾਵਜੂਦ ਫੋਰਡ ਨੇ ਅਜੇ ਵੀ ਜ਼ੋਰ ਦੇ ਕੇ ਕਿਹਾ ਕਿ ਗ੍ਰੀਨ ਬੈਲਟ ਨੂੰ ਵਿਕਸਿਤ ਕਰਨ ਦੇ ਨਾਲ ਸੂਬੇ ਦੇ ਹਾਊਸਿੰਗ ਸਟਾਕ ਵਿੱਚ ਹਜ਼ਾਰਾਂ ਘਰਾਂ ਨੂੰ ਜੋੜਨ ਦੇ ਲਈ ਬਹੁਤ ਵੱਡਾ ਫਰਕ ਪਏਗਾ। ਦੱਸ ਦਈਏ ਕਿ ਪ੍ਰੀਮੀਅਰ ਫੋਰਡ ਦਾ ਇਹ ਫੈਸਲਾ ਗ੍ਰੀਨ ਬੈਲਟ ਜ਼ਮੀਨ ਹਟਾਉਣ ਦੇ ਵਿਵਾਦ ਦੇ ਮੱਦੇਨਜ਼ਰ ਇੱਕ ਹੋਰ ਕੈਬਨਿਟ ਮੰਤਰੀ ਵੱਲੋਂ ਅਸਤੀਫਾ ਦੇਣ ਦੇ ਇੱਕ ਦਿਨ ਬਾਅਦ ਆਇਆ ਸੀ। ਬੀਤੇ ਦਿਨ ontario ਦੇ ਪਬਲਿਕ ਅਤੇ ਬਿਜ਼ਨਸ ਸਰਵਿਸ ਡਿਲੀਵਰੀ ਮੰਤਰੀ ਕਲੀਦ ਨੇ ਆਪਣੇ ਕੈਬਨਿਟ ਅਹੁਦੇ ਅਤੇ ਪੀਸੀ ਕਾਕਸ ਤੋਂ ਅਸਤੀਫਾ ਦੇ ਦਿੱਤਾ ਸੀ। ਰਸ਼ੀਦ ਗ੍ਰੀਨ ਬੈਲਟ ਘੁਟਾਲੇ ਦੇ ਮੱਦੇਨਜ਼ਰ ਫੋਰਡ ਸਰਕਾਰ ਤੋਂ ਅਸਤੀਫਾ ਦੇਣ ਵਾਲੇ ਦੂਜੇ ਮੰਤਰੀ ਨੇ। ontario ਦੇ ਹਾਊਸਿੰਗ ਮੰਤਰੀ ਸਟੀਵ ਕਲਾਰਕ ਨੇ ਇਸ ਮਹੀਨੇ 'ਚ ਸ਼ੁਰੂ 'ਚ ਅਸਤੀਫਾ ਦੇ ਦਿੱਤਾ, ਜਦੋਂ ontario ਦੇ ਇੰਟੀਗ੍ਰਿਟੀ ਕਮਿਸ਼ਨ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਨੇ ਗ੍ਰੀਨ ਬੈਲਟ ਜ਼ਮੀਨ ਹਟਾਉਣ ਦੀ ਨਿਗਰਾਨੀ ਕਰਨ ਵਾਲੀ ਆਪਣੀ ਭੂਮਿਕਾ 'ਚ ਨੈਤਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ। ਵੈਨਕੂਵਰ ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਹਫ਼ਤੇ ਭਾਰਤ ਦੀ ਸਰਕਾਰ ਅਤੇ BC 'ਚ ਸਿੱਖ ਭਾਈਚਾਰੇ ਦੇ ਇੱਕ ਆਗੂ ਦੀ ਹੱਤਿਆ ਦਰਮਿਆਨ ਸੰਭਾਵੀ ਸੰਬੰਧ ਬਾਰੇ ਭਰੋਸੇਯੋਗ ਖੁਫੀਆ ਜਾਣਕਾਰੀ ਹੋਣ ਮਗਰੋਂ ਭਾਰਤ ਦੇ ਕੌਂਸਲੇਟ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਕਸਟਮ ਵਿਭਾਗ ਦੀ ਮੀਡੀਆ ਰਿਲੇਸ਼ਨਸ ਅਫਸਰ ਤਾਨੀਆ ਦਾ ਕਹਿਣਾ ਹੈ ਕਿ ਭਾਰਤ ਟਰੂਡੋ ਦੇ ਬਿਆਨ ਮਗਰੋਂ ਪੁਲਿਸ ਹਾਲਾਤਾਂ ਸਥਿਤੀਆਂ ਦੀ ਨੇੜਿਓਂ ਨਿਗਰਾਨੀ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਵੈਨਕੂਵਰ ਪੁਲਿਸ ਭਾਰਤੀ ਕੌਂਸਲਰ ਅਧਿਕਾਰੀਆਂ ਲਈ ਕਿਸੇ
ਖਾਸ ਖਤਰੇ ਦੀ ਜਾਣਕਾਰੀ ਤਾਂ ਨਹੀਂ ਹੈ, ਪਰ ਫਿਰ ਵੀ ਡਾਊਨਟਾਊਨ ਵੈਨਕੂਵਰ ਕੌਂਸਲੇਟ ਵਿੱਚ ਪੁਲਿਸ ਦੀ ਮੌਜੂਦਗੀ ਵਧਾ ਦਿੱਤੀ ਗਈ ਸੀ। ਵਿਸਟਨ ਦਾ ਕਹਿਣਾ ਹੈ ਕਿ ਪੁਲਿਸ ਸ਼ਹਿਰ ਦੇ ਅਧਿਕਾਰੀਆਂ ਨਾਲ ਮਿਲ ਕੇ ਕੌਂਸਲੇਟ ਵਾਲੀ ਇਮਾਰਤ ਦੇ ਬਾਹਰ ਹਾਊਸ ਸਟਰੀਟ ਤੇ ਨੋ ਸਟਾਪਿੰਗ ਜ਼ੋਨ ਨੂੰ ਲਾਗੂ ਕਰਨ ਲਈ ਵੀ ਕੰਮ ਕਰ ਰਹੀ ਹੈ। ਵਿਦੇਸ਼ ਮਾਮਲੇ ਦੀ ਮੰਤਰੀ ਮੈਲਾਨੀਆ ਨੇ ਕਿਹਾ ਕਿ ਕੈਨੇਡਾ ਨੇ ਭਾਰਤ ਦੇ ਡਿਪਲੋਮੈਟਾਂ ਨੂੰ 24 ਘੰਟੇ ਸੁਰੱਖਿਆ ਦੀ ਪੇਸ਼ਕਸ਼ ਕੀਤੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।